ਸੰਤ ਮਰकुस ਦੀ ਅੰਜੀਲ ਅਧਿਆਇ 11। ਜੇਤੂ ਜਲੂਸ ਨਾਲ ਯੀਸ਼ੂ ਦਾ ਯਰੂਸ਼ਲਮ ਵਿੱਚ ਹੋਣਾ। ਜਦੋਂ ਉਹ ਯਰੂਸ਼ਲਮ ਪਹੁੰਚਣ ਵਾਲੇ ਸਨ ਅਤੇ ਜੈਤੂਨ ਪਹਾੜ ਦੇ ਨੇੜੇ ਬੇਤਫਾਗੇ ਅਤੇ ਬੈਤਨੀਆਂ ਆਏ, ਤਾਂ ਯੀਸ਼ੂ ਨੇ ਆਪਣੇ 2 ਚੇਲਿਆਂ ਨੂੰ ਘੱਲਿਆ ਅਤੇ ਉਹਨਾਂ ਨੂੰ ਕਿਹਾ, ਆਪਣੇ ਸਾਹਮਣੇ ਵਾਲੇ ਪਿੰਡ ਵਿੱਚ ਜਾਓ ਅਤੇ ਅੰਦਰ ਵੜਦੇ ਹੀ ਤੁਹਾਨੂੰ ਬੰਨ੍ਹਿਆ ਹੋਇਆ ਇੱਕ ਵਛੇਰਾ ਮਿਲੇਗਾ, ਜਿਸ ਉੱਤੇ ਅਜੇ ਤੱਕ ਕਦੀ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹ ਕੇ ਲੈ ਆਓ। ਜੇਕਰ ਕੋਈ ਤੁਹਾਨੂੰ ਕਹੇ, ਤੁਸੀਂ ਇਹ ਕਿਉਂ ਕਰ ਰਹੇ ਹੋ, ਤਾਂ ਇਹ ਕਹਿਣਾ, ਪ੍ਰਭੂ ਨੂੰ ਇਸ ਦੀ ਲੋੜ ਹੈ ਅਤੇ ਉਹ ਇਸ ਨੂੰ ਛੇਤੀ ਹੀ ਵਾਪਸ ਘੱਲ ਦੇਵੇਗਾ। ਉਹ ਚਲੇ ਗਏ ਅਤੇ ਉਹਨਾਂ ਨੂੰ ਖੁੱਲ੍ਹੀ ਸੜਕ 'ਤੇ ਬੂਹੇ ਅੱਗੇ ਇੱਕ ਵਛੇਰਾ ਬੰਨ੍ਹਿਆ ਹੋਇਆ ਮਿਲਿਆ। ਉਹਨਾਂ ਨੇ ਉਸ ਨੂੰ ਖੋਲ੍ਹ ਲਿਆ। ਤਦ ਉੱਥੇ ਖੜ੍ਹੇ ਲੋਕਾਂ ਨੇ ਉਹਨਾਂ ਨੂੰ ਕਿਹਾ, ਤੁਸੀਂ ਕੀ ਕਰ ਰਹੇ ਹੋ? ਵਛੇਰੇ ਨੂੰ ਕਿਉਂ ਖੋਲ੍ਹਦੇ ਹੋ? ਤਦ ਚੇਲਿਆਂ ਨੇ ਉਹਨਾਂ ਨੂੰ ਉਹ ਦੱਸਿਆ ਜੋ ਯੀਸ਼ੂ ਨੇ ਉਹਨਾਂ ਨੂੰ ਕਿਹਾ ਸੀ ਅਤੇ ਲੋਕਾਂ ਨੇ ਉਹਨਾਂ ਨੂੰ ਜਾਣ ਦਿੱਤਾ। ਉਹ ਵਛੇਰੇ ਨੂੰ ਯੀਸ਼ੂ ਦੇ ਕੋਲ ਲਿਆਏ ਅਤੇ ਉਹਨਾਂ ਨੇ ਆਪਣੇ ਕੱਪੜੇ ਉਸ ਉੱਤੇ ਵਿਛਾਏ। ਯੀਸ਼ੂ ਉਸ ਉੱਤੇ ਸਵਾਰ ਹੋ ਗਿਆ। ਬਹੁਤ ਸਾਰਿਆਂ ਨੇ ਆਪਣੇ ਕੱਪੜੇ ਸੜਕ ਉੱਤੇ ਵਿਛਾਏ ਅਤੇ ਹੋਰਨਾਂ ਨੇ ਪੱਤਿਆਂ ਵਾਲੀਆਂ ਟਹਿਣੀਆਂ ਵਿਛਾਈਆਂ, ਜਿਹੜੀਆਂ ਉਹ ਖੇਤਾਂ ਵਿੱਚੋਂ ਵੱਢ ਲਿਆਏ ਸਨ। ਉਸਦੇ ਅੱਗੇ ਜਾਣ ਵਾਲੇ ਅਤੇ ਉਸਦੇ ਪਿੱਛੇ ਜਾਣ ਵਾਲੇ ਲੋਕ ਇਹ ਨਾਅਰੇ ਮਾਰ ਰਹੇ ਸਨ, ਹੋਸਾਨਾ, ਧੰਨ ਹੈ ਉਹ ਜੋ ਆਉਂਦਾ ਹੈ ਪ੍ਰਭੂ ਦੇ ਨਾਂ ਉੱਤੇ, ਧੰਨ ਹੈ ਆਉਣ ਵਾਲਾ ਸਾਡੇ ਪਿਤਾ ਦਾਊਦ ਦਾ ਰਾਜ, ਉਚਾਈਆਂ ਦੇ ਵਿੱਚ ਹੋਸਾਨਾ। ਫਿਰ ਯੀਸ਼ੂ ਯਰੂਸ਼ਲਮ ਵਿੱਚ ਦਾਖਲ ਹੋਇਆ ਅਤੇ ਹੈਕਲ ਵਿੱਚ ਗਿਆ। ਜਦੋਂ ਉਸਨੇ ਚਾਰੇ ਪਾਸੇ ਸਭ ਕੁਝ ਵੇਖ ਲਿਆ, ਤਾਂ ਉਹ 12 ਦੇ ਨਾਲ ਬੈਤਨੀਆਂ ਗਿਆ, ਕਿਉਂਕਿ ਬਹੁਤ ਸ਼ਾਮ ਹੋ ਚੁੱਕੀ ਸੀ। ਬਿਨਾਂ ਫਲ ਰੁੱਖ ਨੂੰ ਸਰਾਪ। ਅਗਲੇ ਦਿਨ ਜਦੋਂ ਉਹ ਬੈਤਨੀਆਂ ਤੋਂ ਆਏ, ਤਾਂ ਯੀਸ਼ੂ ਨੂੰ ਭੁੱਖ ਲੱਗੀ ਹੋਈ ਸੀ। ਦੂਰ ਤੋਂ ਹਰੇ ਪੱਤਿਆਂ ਵਾਲੇ ਅੰਜੀਰ ਦਾ ਇੱਕ ਰੁੱਖ ਵੇਖ ਕੇ ਉਹ ਉਸ ਵੱਲ ਗਿਆ ਕਿ ਸ਼ਾਇਦ ਉਸ ਤੋਂ ਉਸ ਨੂੰ ਕੁਝ ਫਲ ਮਿਲ ਜਾਵੇ। ਜਦੋਂ ਉਹ ਉਸ ਦੇ ਲਾਗੇ ਪਹੁੰਚਿਆ, ਤਾਂ ਪੱਤਿਆਂ ਤੋਂ ਸਿਵਾਏ ਹੋਰ ਕੁਝ ਨਾ ਵੇਖਿਆ, ਕਿਉਂਕਿ ਉਹ ਅੰਜੀਰਾਂ ਦੇ ਫਲ ਦਾ ਮੌਸਮ ਨਹੀਂ ਸੀ। ਉਸਨੇ ਉਸ ਰੁੱਖ ਨੂੰ ਕਿਹਾ, ਅੱਗੇ ਤੋਂ ਫਿਰ ਕਦੀ ਕੋਈ ਤੇਰੇ ਤੋਂ ਫਲ ਨਾ ਖਾਵੇ। ਉਸਦੇ ਚੇਲਿਆਂ ਨੇ ਇਹ ਸੁਣਿਆ। ਯੀਸ਼ੂ ਹੈਕਲ ਵਿੱਚ। ਉਹ ਫਿਰ ਯਰੂਸ਼ਲਮ ਆਏ। ਯੀਸ਼ੂ ਹੈਕਲ ਵਿੱਚ ਦਾਖਲ ਹੋ ਕੇ ਉਹਨਾਂ ਨੂੰ ਬਾਹਰ ਕੱਢਣ ਲੱਗਾ, ਜੋ ਹੈਕਲ ਵਿੱਚ ਵੇਚ ਅਤੇ ਖਰੀਦ ਰਹੇ ਸਨ, ਅਤੇ ਉਸਨੇ ਸਰਾਫਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਨੂੰ ਉਲਟਾ ਦਿੱਤਾ। ਉਹ ਕਿਸੇ ਨੂੰ ਵੀ ਹੈਕਲ ਵਿੱਚ ਦੀ ਕੋਈ ਚੀਜ਼ ਲੈ ਕੇ ਲੰਘਣ ਦੀ ਇਜਾਜ਼ਤ ਨਹੀਂ ਦਿੰਦਾ ਸੀ। ਉਸਨੇ ਸਿੱਖਿਆ ਦਿੰਦੇ ਹੋਏ ਉਹਨਾਂ ਨੂੰ ਕਿਹਾ, ਕੀ ਇਹ ਲਿਖਿਆ ਹੋਇਆ ਨਹੀਂ ਹੈ, ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਆਖਿਆ ਜਾਵੇਗਾ? ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾ ਦਿੱਤਾ ਹੈ। ਜਦੋਂ ਪ੍ਰਧਾਨ ਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਨੇ ਇਹ ਸੁਣਿਆ, ਤਾਂ ਉਹ ਉਸ ਨੂੰ ਜਾਨੋਂ ਮਾਰਨ ਦਾ ਕੋਈ ਢੰਗ ਭਾਲਦੇ ਰਹੇ, ਕਿਉਂ ਜੋ ਉਹ ਉਸ ਤੋਂ ਡਰਦੇ ਸਨ, ਅਤੇ ਇਸ ਲਈ ਵੀ ਕਿ ਸਾਰੀ ਜਨਤਾ ਉਸ ਦੀ ਸਿੱਖਿਆ ਦੀ ਦੀਵਾਨੀ ਸੀ। ਜਦੋਂ ਸ਼ਾਮ ਹੋਈ, ਤਾਂ ਉਹ ਸ਼ਹਿਰੋਂ ਬਾਹਰ ਚਲੇ ਗਏ। ਸੁੱਕ ਗਿਆ ਰੁੱਖ ਅਤੇ ਈਮਾਨ ਦੀ ਪ੍ਰਾਰਥਨਾ। ਸਵੇਰੇ ਜਦੋਂ ਉਹ ਉੱਧਰ ਦੀ ਲੰਘ ਰਹੇ ਸਨ, ਤਾਂ ਉਹਨਾਂ ਨੇ ਅੰਜੀਰ ਦੇ ਉਸ ਰੁੱਖ ਨੂੰ ਜੜ੍ਹਾਂ ਤੋਂ ਸੁੱਕਿਆ ਹੋਇਆ ਵੇਖਿਆ। ਪਤਰਸ ਨੂੰ ਯਾਦ ਆਇਆ ਅਤੇ ਉਸਨੇ ਕਿਹਾ, ਪ੍ਰਭੂ ਜੀ, ਵੇਖੋ, ਅੰਜੀਰ ਦਾ ਉਹ ਰੁੱਖ ਜਿਸ ਨੂੰ ਤੁਸੀਂ ਸਰਾਪ ਦਿੱਤਾ ਸੀ ਸੁੱਕ ਗਿਆ ਹੈ।
ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਖੁਦਾ ਉੱਤੇ ਈਮਾਨ ਰੱਖੋ। ਮੈਂ ਤੁਹਾਨੂੰ ਸੱਚੀ ਕਹਿੰਦਾ ਹਾਂ, ਜੋ ਕੋਈ ਇਸ ਪਹਾੜ ਨੂੰ ਕਹਿੰਦਾ ਹੈ ਉਖੜ ਜਾ ਅਤੇ ਸਮੁੰਦਰ ਵਿੱਚ ਡਿੱਗ ਪਓ ਅਤੇ ਆਪਣੇ ਦਿਲ ਵਿੱਚ ਸ਼ੱਕ ਨਹੀਂ ਕਰਦਾ, ਸਗੋਂ ਈਮਾਨ ਰੱਖਦਾ ਹੈ ਕਿ ਜੋ ਉਹ ਕਹਿੰਦਾ ਹੈ ਉਹ ਪੂਰਾ ਹੋ ਜਾਵੇਗਾ, ਤਾਂ ਉਸ ਦੇ ਲਈ ਉਸੇ ਤਰ੍ਹਾਂ ਕੀਤਾ ਜਾਵੇਗਾ। ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਮੰਗਦੇ ਹੋ, ਈਮਾਨ ਰੱਖੋ ਕਿ ਤੁਹਾਨੂੰ ਉਹ ਮਿਲ ਰਿਹਾ ਹੈ, ਤਾਂ ਤੁਹਾਨੂੰ ਉਹ ਮਿਲ ਜਾਵੇਗਾ। ਮਾਫ਼ੀ ਦਿਓ ਅਤੇ ਮਾਫ਼ੀ ਪਾਓ। ਜਦੋਂ ਤੁਸੀਂ ਪ੍ਰਾਰਥਨਾ ਲਈ ਖੜੇ ਹੋਵੋ ਅਤੇ ਜੇਕਰ ਤੁਹਾਨੂੰ ਕਿਸੇ ਦੇ ਖਿਲਾਫ ਕੋਈ ਗਿਲਾ ਹੈ ਤਾਂ ਉਸ ਨੂੰ ਮਾਫ਼ ਕਰ ਦਿਓ, ਤਾਂ ਜੋ ਤੁਹਾਡਾ ਬਾਪ ਵੀ ਜੋ ਸਵਰਗ ਵਿੱਚ ਹੈ ਤੁਹਾਡੇ ਅਪਰਾਧਾਂ ਨੂੰ ਮਾਫ਼ ਕਰ ਦੇਵੇ। ਕਿਉਂਕਿ ਜੇਕਰ ਤੁਸੀਂ ਮਾਫ਼ ਨਹੀਂ ਕਰੋਗੇ ਤਾਂ ਬਾਪ ਜੋ ਸਵਰਗ ਵਿੱਚ ਹੈ ਤੁਹਾਡੇ ਅਪਰਾਧ ਮਾਫ਼ ਨਹੀਂ ਕਰੇਗਾ। ਯੀਸ਼ੂ ਦੇ ਅਧਿਕਾਰ ਉੱਤੇ ਹੈਕਲ ਵਿੱਚ ਸਵਾਲ। ਉਹ ਫਿਰ ਯਰੂਸ਼ਲਮ ਆਏ। ਜਦੋਂ ਯੀਸ਼ੂ ਹੈਕਲ ਵਿੱਚ ਟਹਿਲ ਰਿਹਾ ਸੀ ਤਾਂ ਪ੍ਰਧਾਨ ਪੁਰੋਹਿਤ, ਧਰਮ ਗ੍ਰੰਥੀ ਅਤੇ ਕੌਮ ਦੇ ਬਜ਼ੁਰਗ ਉਸ ਦੇ ਕੋਲ ਆਏ ਅਤੇ ਉਹਨਾਂ ਨੇ ਉਸ ਨੂੰ ਕਿਹਾ, ਤੁਸੀਂ ਕਿਸ ਅਧਿਕਾਰ ਨਾਲ ਇਹ ਸਭ ਕਰ ਰਹੇ ਹੋ? ਜਾਂ ਕਿਸ ਨੇ ਤੁਹਾਨੂੰ ਇਹ ਸਭ ਕਰਨ ਦਾ ਅਧਿਕਾਰ ਦਿੱਤਾ ਹੈ? ਯੀਸ਼ੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂਗਾ, ਤੁਸੀਂ ਮੈਨੂੰ ਉਸ ਦਾ ਉੱਤਰ ਦਿਓ। ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਸਭ ਕਰ ਰਿਹਾ ਹਾਂ। ਯਹੂਨਾ ਦਾ ਬਪਤਿਸਮਾ ਸਵਰਗੋਂ ਸੀ ਜਾਂ ਮਨੁੱਖਾਂ ਵੱਲੋਂ? ਮੈਨੂੰ ਉੱਤਰ ਦਿਓ। ਉਹ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਇੰਝ ਕਰਨ ਲੱਗੇ, ਜੇਕਰ ਅਸੀਂ ਆਖੀਏ ਸਵਰਗੋਂ, ਉਹ ਸਾਨੂੰ ਆਖੇਗਾ, ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਹੀਂ ਕੀਤਾ? ਪਰ ਜੇ ਅਸੀਂ ਕਹੀਏ ਮਨੁੱਖਾਂ ਵੱਲੋਂ, ਤਾਂ ਲੋਕਾਂ ਤੋਂ ਡਰਦੇ ਸਨ, ਕਿਉਂਕਿ ਸਾਰੇ ਲੋਕ ਯਹੂਨਾ ਨੂੰ ਸੱਚਮੁੱਚ ਦਾ ਨਬੀ ਮੰਨਦੇ ਸਨ। ਇਸ ਲਈ ਉਹਨਾਂ ਨੇ ਯੀਸ਼ੂ ਨੂੰ ਉੱਤਰ ਦਿੱਤਾ, ਸਾਨੂੰ ਨਹੀਂ ਪਤਾ। ਤਦ ਯੀਸ਼ੂ ਨੇ ਉਹਨਾਂ ਨੂੰ ਕਿਹਾ, ਨਾ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਸਭ ਕਰ ਰਿਹਾ ਹਾਂ।